ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹੱਲਾ ਪੰਜਵਾ। ਸ਼ੰਤ ਘਰ ਚੌਥਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਵਾਹਿਗੁਰੂ ਜੀ ਪੂਰੀ ਆਸਾ ਜੀ, ਮਨਸਾ ਮੇਰੇ ਰਾਮ। ਮੋਹ ਨਿਰਗੁਣ ਜੀਓ, ਸਭ ਗੁਣ ਤੇਰੇ ਰਾਮ। ਪੂਰੀ ਆਸਾ ਜੀ, ਮਨਸਾ ਮੇਰੇ ਰਾਮ। ਮੋਹ ਨਿਰਗੁਣ ਜੀਓ, ਸਭ ਗੁਣ ਤੇਰੇ ਰਾਮ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਲਾਹੀ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ। ਬਖਸ਼ ਲਿਆ ਖਿਨ ਮਾਹੀ, ਨੌ ਨਿਧ ਪਾਈ ਵਜੀ ਵਧਾਈ। ਵਾਜੇ ਅਨਹਦ ਤੂਰੇ, ਕਹੋ ਨਾਨਕ ਮੈਂ ਵਰ ਘਰ ਪਾਇਆ। ਮੇਰੇ ਲਾਥੇ ਜੀ ਸਗਲ ਵਿਸੂਰੇ। ਨੌ ਨਿਧ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਰ ਘਰ ਪਾਇਆ। ਮੇਰੇ ਲਾਥੇ ਜੀ ਸਗਲ ਵਿਸੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ।
ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਤੇ ਤਰਾਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਅਸਾਂ ਬਾਹਰ ਆਉਂਦਿਆਂ ਜਾਂਦਿਆਂ ਪੜ੍ਹਦੇ ਆ ਨਾ, ਅੱਜ ਮਹਾਰਾਜ ਨੇ ਥੋੜ੍ਹਾ ਜਿਹਾ ਸਾਨੂੰ ਫਿਰ ਸੁਚੇਤ ਕੀਤਾ, ਜਿਹਨੂੰ ਕਦੇ ਕਦੇ ਕਿਨੇ ਅਲਰਟ ਕੀਤਾ। ਮਨ ਰੇ ਕੌਣ ਕੁਮਤ ਤੈਲੀ, ਮਨਾ ਤੂੰ ਕਿਹੜੇ ਕੰਮ ਕਰਨ ਲੱਗ ਪਏ, ਤੂੰ ਮਾੜੀ ਮੱਤ ਲੈ ਲਈ ਹੈ। ਤੇ ਮੱਤ ਮਾੜੀ ਕੀ ਹੈ? ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਤੂੰ ਦੂਜਿਆਂ ਦੀ ਨਿੰਦਾ ਕਰਨ ਲੱਗ ਪਿਆ, ਤੈਨੂੰ ਨਿੰਦਾ ਦੇ ਰਸ ਵਿੱਚ ਦੂਜਿਆਂ ਦੀਆਂ ਚੰਗਿਆਈਆਂ ਤੇ ਬੁਰਾਈਆਂ ਦਾ ਚਰਚਾ ਕਰਨਾ ਤੈਨੂੰ ਚੰਗਾ ਲੱਗਣ ਲੱਗਾ। ਰਾਮ ਦੀ ਭਗਤੀ ਨਹੀਂ ਕਰ ਰਿਹਾ ਤੂੰ। ਤੇ ਫਿਰ ਅਸੀਂ ਕੀ ਕਰੀਏ? ਯਤਨ ਕਰੀਏ ਆ ਦੂਜਿਆਂ ਦੇ ਬਾਰੇ ਜੋ ਆਪਾਂ ਕਮੈਂਟਸ ਪਾਸ ਕਰਦੇ ਰਹਿੰਦੇ ਆ, ਚੰਗਾ ਬੰਦਾ ਹੈ, ਮਾੜਾ ਬੰਦਾ, ਇੱਦਾਂ ਕਰਦਾ, ਉੱਦਾਂ ਕਰਦਾ, ਭਾਈ ਇਹ ਛੱਡੀਏ ਤੇ ਉਤਨਾ ਸਮਾਂ ਵਾਹਿਗੁਰੂ ਵਾਹਿਗੁਰੂ ਚਿੱਤ ਲਾ ਲਈਏ। ਇੱਕ ਬੇਨਤੀ ਕਰਾਂ, ਤਰਕ ਵਾਲੇ ਕਹਿੰਦੇ ਨੇ ਦੇਖੋ ਜੀ ਕਿਸੇ ਦੇ ਚੰਗੇ ਹੋਣਾ ਕਿਸੇ ਦੇ ਮੰਦੇ ਹੁੰਦੇ ਬਾਰੇ ਸਮਾਜਿਕ ਗੱਲਬਾਤ ਨਾ ਕੀਤੀ ਜਾਏ ਤੇ ਕਿਵੇਂ ਪਤਾ ਲੱਗੇਗਾ ਵੀ ਕੋਈ ਚੰਗਾ ਕੀ ਮੰਦਾ ਹੈ। ਇਹ ਗੱਲ ਸਮਝਣ ਵਾਸਤੇ ਸਾਨੂੰ ਕਈ ਲੇਅਰ 'ਤੇ ਕੰਮ ਕਰਨਾ ਪੈਣਾ। ਮਨੋਵਿਗਿਆਨ ਵਾਲੇ ਮੰਨਦੇ ਨੇ ਤੁਸੀਂ ਕਿਸ ਫੀਲਡ ਵਿੱਚ ਕੰਮ ਕਰਦੇ ਪਏ ਹੋ ਉਹ ਤੋਂ ਤੁਹਾਡੇ ਕਰਮ ਨੂੰ ਤੇ ਕਿਰਤ ਨੂੰ ਨਿਰਧਾਰਿਤ ਕੀਤਾ ਜਾਏਗਾ। ਇੱਥੇ ਬੈਠ ਕੇ ਅਸੀਂ ਬਾਹਰਲੇ ਕਿਸੇ ਵੀ ਲੇਅਰ 'ਤੇ ਕੰਮ ਨਹੀਂ ਕਰਦੇ, ਜਿਨ੍ਹਾਂ 'ਚੋਂ ਵਪਾਰਕ ਨੇ, ਆਰਥਿਕ ਨੇ, ਰਾਜਨੀਤਿਕ ਨੇ, ਬਲਕਿ ਕਈ ਵਾਰ ਤਾਂ ਅਸੀਂ ਇੱਥੇ ਬੈਠ ਕੇ ਸਮਾਜ ਸ਼ਾਸਤਰ ਦੀਆਂ ਗੱਲਾਂ ਵੀ ਨਹੀਂ ਕਰਦੇ। ਇੱਥੇ ਤਾਂ ਕੇਵਲ ਇੱਕ ਖੁਰਾਕ, ਇੱਕ ਸਿੱਖਿਆ, ਇੱਕ ਭਜਨ ਦੇ ਸਦਕੇ ਆਤਮਿਕ ਭੋਜਨ ਪ੍ਰਾਪਤ ਕਰਨ ਦੀ ਗੱਲ ਕਰੀਦੀ ਹੈ। ਜਿਵੇਂ ਸਿਆਣੇ ਕਹਿੰਦੇ ਨਾ ਕਿ ਭਾਈ ਤੁਸੀਂ ਭੋਜਨ ਪਦਾਰਥ ਕਰਨ ਬੈਠੇ ਹੋ, ਪੰਗਤ ਵਿੱਚ ਬੈਠੇ ਹੋ ਤੇ ਗੱਲਾਂ ਨਾ ਕਰੋ। ਅੱਜ ਵੀ ਸਿਆਣੇ ਕਹਿੰਦੇ ਡਾਈਨਿੰਗ ਟੇਬਲ 'ਤੇ ਬੈਠੇ ਤੇ ਆਰਾਮ ਨਾਲ ਸ਼ਾਂਤ ਚਿੱਤ ਭੋਜਨ ਕਰ ਲਓ, ਉਸ ਤੋਂ ਬਾਅਦ 'ਚ ਗੱਲਾਂ ਡਿਸਕਸ਼ਨ ਅਲੱਗ ਕਰਿਓ। ਇਸੇ ਤਰ੍ਹਾਂ ਇਹ ਸਾਡਾ ਆਤਮਿਕ ਭੋਜਨ ਦਾ ਟਿਕਾਣਾ ਹੈ। ਇੱਥੇ ਬੈਠ ਕੇ ਦੁਨੀਆ ਦੀ ਗੱਲਾਂ ਆਪਾਂ ਨਹੀਂ ਕਰਨੀਆਂ ਤੇ ਨਾ ਦੁਨੀਆ ਦੀ ਚਰਚਾ ਕਰਨੀ ਹੈ। ਇੱਥੇ ਤੇ ਭੋਜਨ ਕਰਨਾ ਹੈ। ਜੋ ਰੋਜ਼ ਪੜ੍ਹਦੇ ਆ, ਕਦੇ ਕਦੇ ਤੇ ਪੜ੍ਹ ਹੀ ਲਈ ਨੇ ਨਾ, ਚਲੋ ਸੰਧਿਆ ਦੇ ਵੇਲੇ ਤੇ ਪੜ੍ਹਿਆ ਜਾਂਦਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰ। ਇਹ ਜੋ ਪਾਵਨ ਬਾਣੀ ਦੇ ਸਦਕੇ ਨਾਮ ਦਾ ਭੋਜਨ ਕਰਤਾ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਰੂਪੀ ਥਾਲ ਦੇ ਵਿੱਚ ਸਾਨੂੰ ਪਰੋਸ ਕੇ ਦਿੱਤਾ ਹੈ। ਕਿਤਨਾ ਖਾਂਦੇ ਹੋ, ਕਿਤਨਾ ਪੜ੍ਹਦੇ ਹੋ, ਕਿਤਨਾ ਸੁਣਦੇ ਹੋ, ਕਿਤਨਾ ਜਪਦੇ ਹੋ, ਇਹ ਸਾਡਾ ਸਾਰਿਆਂ ਦਾ ਆਪਣਾ ਆਪਣਾ ਹੈ। ਜਿਵੇਂ ਪੰਗਤ ਲੱਗੀ, ਭੋਜਨ ਵਰਤ ਰਿਹਾ, ਜਿਤਨਾ ਮਰਜ਼ੀ ਛਕ ਲਓ। ਵਰਤਾਨ ਵਾਲਾ ਤੇ ਹਰ ਵਾਰ ਆ ਕੇ ਕਹੇਗਾ ਭਾਈ ਪ੍ਰਸ਼ਾਦਾ ਲੈ ਲਓ, ਪ੍ਰਸ਼ਾਦਾ ਲੈ ਲਓ। ਤੁਹਾਡੀ ਸਮਰੱਥਾ ਇੱਕ ਪ੍ਰਸ਼ਾਦੇ ਦੀ, ਇੱਕ ਛਕੋ, 4 ਪ੍ਰਸ਼ਾਦੇ ਛਕੋ, 10 ਛਕੋ। ਕਦੇ ਅੱਜ ਤੱਕ ਪੰਗਤ ਵਿੱਚ ਬੈਠੇ ਹੋਏ ਸਿੱਖ ਨੂੰ, ਕਿਸੇ ਮਨੁੱਖ ਨੂੰ ਵੀ ਕਿ ਕਦੇ ਕਿਸੇ ਵਰਤਾਵੇ ਨੇ ਕਿਹਾ ਵੀ ਤੂੰ ਇੰਨੀਆਂ ਰੋਟੀਆਂ ਕਿਉਂ ਖਾ ਲਈਆਂ ਨੇ? ਕਦੇ ਨਹੀਂ ਕਹੇਗਾ। ਹਾਂ, ਜੇ ਉਹ ਦੇਖੇ ਕਿ ਚੋਰੀ ਕਰਦਾ ਪਿਆ, ਖਾਂਦਾ ਨਹੀਂ ਹੈ ਤੇ ਸੰਚਨ ਕਰਦਾ ਹੈ, ਫਿਰ ਤੇ ਭਾਵੇਂ ਟੋਕੇ, ਭਾਵੇਂ ਤੂੰ ਜਿੰਨੀਆਂ ਖਾਣੀਆਂ ਰੱਜ ਕੇ ਖਾ ਲੈ, ਤੇ ਜੇ ਤੂੰ ਖਾਣ ਦੇ ਨਾਂ 'ਤੇ ਸੰਚਨ ਕਰ ਰਿਹਾ ਤੇ ਫਿਰ ਗਲਤ ਹੋ ਜਾਏਗਾ, ਫਿਰ ਉਹ ਟੋਕ ਦੇਗਾ। ਪਰ ਇੱਥੇ ਤੇ ਸੰਚਨ ਵੀ ਕਰੋ ਤਾਂ ਵੀ ਨਹੀਂ ਟੋਕਦਾ। ਇੱਥੇ ਤੇ ਕਹਿੰਦੇ ਨੇ ਸੰਚਨ ਕਰੋ, ਨਾਮ ਧਨ ਨਿਰਮਲ ਥਾਤੀ ਅਗੰਮ ਅਪਾਰ। ਇੱਥੇ ਤੇ ਭਾਈ ਰਾਜ ਰਜ ਭੋਜਨ ਖਾਵੋ ਮੇਰੇ ਭਾਈ, ਗੁਰਦੇਵ ਕਿਰਪਾ ਕਰਨ ਅਸੀਂ ਕਰ ਸਕੀਏ ਐਸਾ। ਦੁਨੀਆ ਦੀ ਨਿੰਦਾ ਚੁਗਲੀ ਲੋਕ ਕੀ ਕਰਦੇ ਨੇ, ਕਿਉਂ ਕਰਦੇ ਨੇ? ਆਤਮਿਕ ਸ਼ਾਂਤੀ ਵਾਸਤੇ ਟਿਕਣਾ ਤੇ ਇਸ ਨੂੰ ਕਰਨਾ ਪੈਣਾ। ਸਾਨੂੰ ਮੁੜ ਕੇ ਇੱਥੇ ਆਉਣਾ ਪੈਣਾ ਆਪਣੇ ਹਿਰਦੇ ਘਰ ਵਿੱਚ, ਜਿੱਥੇ ਕਿਸੇ ਦੀ ਚਰਚਾ ਨਾ ਹੋਵੇ, ਮੇਰੀ ਆਪਣੀ ਚਰਚਾ ਹੋਵੇ, ਮੈਂ ਆਪਣੀ ਹੀ ਚਰਚਾ ਆਪਣੇ ਗੁਰਦੇਵ ਨਾਲ ਕਰ ਸਕਾਂ। ਔਰ ਇਹ ਬਹੁਤ ਔਖਾ ਜਿਹਾ ਕੰਮ ਹੈ, ਅਕਸਰ ਅਸੀਂ ਐਸਾ ਨਹੀਂ ਕਰ ਪਾ ਰਹੇ।
ਔਰ ਇਸੇ ਗੱਲਾਂ ਨੂੰ ਕਿਵੇਂ ਕਰੀਏ। ਜਿਵੇਂ ਸਵੇਰੇ ਥੋੜ੍ਹਾ ਜਿਹਾ ਅਲਰਟ ਕੀਤਾ ਨਾ, ਤੂੰ ਰਾਮ ਭਗਤੀ ਨਹੀਂ ਕਰਦਾ, ਕਿਵੇਂ ਕਰੀਏ ਰਾਮ ਭਗਤੀ। ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਅਤੇ ਕੀ ਉਹਦਾ ਸਰੂਪ ਹੋਣਾ ਚਾਹੀਦਾ। ਪਾਵਨ ਬਾਣੀ ਹੈ ਜੋ ਸਾਨੂੰ ਮਿਲੀ ਹੈ, ਲੜੀਵਾਰ ਵਿਚਾਰਨ ਵਾਸਤੇ ਇਸ ਸ਼ਬਦ ਨੂੰ ਕਿਤੇ ਠਹਿਰ ਕੇ ਪੜ੍ਹਨਾ। ਆਮ ਤੌਰ 'ਤੇ ਅਲੱਗ-ਅਲੱਗ ਥਾਵਾਂ 'ਤੇ ਪਿੰਡਾਂ 'ਚ ਅਜੇ ਵੀ ਵਿਆਹਾਂ ਦੇ ਸਮੇਂ 'ਤੇ ਸ਼ਬਦ ਪੜ੍ਹਿਆ ਜਾਂਦਾ, ਕਿਉਂਕਿ ਵਿਵਾਹ ਦੇ ਸਮੇਂ 'ਤੇ ਕੁਝ ਸ਼ਬਦ ਸਾਡੇ ਵਡੇਰਿਆਂ ਨੇ ਚੁਣੇ ਨੇ, ਜਿਹੜੇ ਇਸ ਮਾਹੌਲ ਦੇ ਮੁਤਾਬਕ ਹੁੰਦੇ ਨੇ, ਚੰਗੇ ਲੱਗਦੇ ਨੇ ਜਾਂ ਹੌਲੀ ਹੌਲੀ ਪਰੰਪਰਾ 'ਚ ਆ ਗਏ ਨੇ। ਹੁਣ ਸਾਡੇ ਉਹ ਮਨਾਂ ਦੇ ਵਿੱਚ ਟਿਕ ਗਏ ਨੇ ਅਤੇ ਕੀਰਤਨੀ ਉਹਨੂੰ ਪੜ੍ਹਦੇ ਨੇ ਅਤੇ ਮਾਹੌਲ ਵੀ ਬਣਦਾ ਅਤੇ ਸਿੱਖਿਆ ਵੀ ਮਿਲਦੀ ਹੈ। ਇਹ ਦੋਨੋਂ ਚੀਜ਼ਾਂ ਬਣਦੀਆਂ ਨੇ। ਉਹਦੇ ਨਾਲ ਸਾਡੀ ਇੱਕ ਮਨੋਬਿਰਤੀ ਵੀ ਉਸ ਪਾਸੇ ਨੂੰ ਝੁਕਦੀ ਹੈ, ਉਹਦੇ ਵਿਚਲੀ ਸਿੱਖਿਆ ਵੀ ਮਿਲਦੀ ਹੈ। ਅਤੇ ਸੁਭਾਵਿਕ ਹੀ ਬਾਣੀ ਦੇ ਕੀਰਤਨ 'ਚੋਂ ਆਨੰਦ ਅਤੇ ਨਾਮ ਮਿਲਣਾ ਅਤੇ ਮਿਲਣਾ ਹੀ ਮਿਲਣਾ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਇਹ ਛਪੌੜੀ ਸੰਤ ਦੇ ਰੂਪ ਦੀ ਹੈ। ਆਮ ਤੌਰ 'ਤੇ ਵਿਵਾਹਾਂ ਦੇ ਸਮਾਗਮਾਂ ਅਤੇ ਆਨੰਦ ਕਾਰਜ ਤੋਂ ਬਾਅਦ ਵਿੱਚ ਕੀਰਤਨੀ ਸ਼ੁਕਰਾਨੇ ਦੇ ਰੂਪ 'ਚ ਪੜ੍ਹਦੇ ਨੇ। ਅਸੀਂ ਵੀ ਕਿਤੇ ਇਸ ਨੂੰ ਉਸ ਮੁਕਾਮ 'ਤੇ ਚਲੇ ਜਾਈਏ। ਉਹਦਾ ਭਾਵ ਮੰਡਲ ਸਿਰਜਿਆ ਜਾਂਦਾ। ਸਿਆਣਿਆਂ ਦੇ ਦਰਸ਼ਨ ਕਰਦਿਆਂ ਵੀ ਜਦੋਂ ਵਿਵਾਹ ਹੁੰਦਾ ਹੈ, ਫੇਰੇ ਹੋ ਗਏ, ਆਨੰਦ ਕਾਰਜ ਪੂਰਨ ਹੋ ਗਿਆ, ਜੋ ਮਰਿਆਦਾ ਰਸਮ ਨਿਭ ਗਈ, ਇੱਕ ਸ਼ੁਕਰਾਨਾ ਹੁੰਦਾ ਹੈ, ਸੱਚੇ ਪਾਤਸ਼ਾਹ ਕਿਰਪਾ ਹੋਈ, ਸਾਡੇ ਇਹ ਕਾਰਜ ਤੁਸਾਂ ਨੇ ਪੂਰੇ ਕੀਤੇ, ਸਾਨੂੰ ਬਖਸ਼ਿਸ਼ ਮਿਲ ਗਈ, ਕੁਝ ਪ੍ਰਾਪਤੀਆਂ ਹੋ ਗਈਆਂ ਨੇ। ਅਤੇ ਠੀਕ ਇਸੇ ਤਰ੍ਹਾਂ ਅਸੀਂ ਇੱਥੇ ਬੈਠੇ ਹਾਂ ਗੁਰਚਰਨਾਂ 'ਚ ਅਤੇ ਕਈ ਸੱਚੇ ਪਾਤਸ਼ਾਹ ਅੱਜ ਆਪ ਦੀ ਕਿਰਪਾ ਹੋਈ। ਭਾਵੇਂ ਬਾਹਰੋਂ ਵੇਖਣ ਨੂੰ ਲੱਗਦਾ ਕਿ ਆਪ ਜੀ ਨੇ ਥੋੜ੍ਹਾ ਜਿਹਾ ਡਾਂਟਿਆ, ਪਰ ਚੇਤਾ ਰੱਖਣਾ ਡਾਂਟ ਵਿੱਚ ਹੀ ਕਿਰਪਾ ਹੁੰਦੀ ਹੈ। ਮਾਪੇ ਉਹਨਾਂ ਹੀ ਬੱਚਿਆਂ ਨੂੰ ਥੋੜ੍ਹਾ ਜਿਹਾ ਝਿੜਕਦੇ ਨੇ ਜਿਨ੍ਹਾਂ ਨਾਲ ਪ੍ਰੇਮ ਕਰਦੇ ਨੇ। ਕਦੇ ਵੇਖਿਆ ਜੇ ਮੁਹੱਲੇ ਦੇ ਬੱਚਿਆਂ ਨੂੰ ਡਾਂਟਦੇ ਹੋ? ਨਹੀਂ, ਜਾਓ ਭਈ ਆਪੋ ਆਪਣੇ ਘਰ ਜਾਓ, ਇੰਨਾ ਕਹਿ ਕੇ ਭਰਾਟ ਚਾਹੀਦਾ, ਬਸ ਆਪਣੇ ਆਪਣੇ ਘਰ ਜਾਓ ਭਾਈ। ਪਰ ਆਪਣੇ ਬੱਚੇ ਨੂੰ ਘਰ ਆ ਕੇ ਕੰਨ ਖਿੱਚ ਲੈਂਦੇ ਹੋ, ਉਹਨੂੰ ਜਿੱਤਣਾ। ਚਲੋ ਠੀਕ ਹੈ, ਹੁਣ ਤਾਂ ਮਾਹੌਲ ਹਾਲਾਤ ਅਲੱਗ ਬਦਲੇ ਨੇ, ਪਰ ਅੱਜ ਵੀ ਮਾਪੇ ਜਿਤਨਾ ਕਿ ਸਮੇਂ ਦੇ ਮੁਤਾਬਕ ਬੱਚੇ ਨੂੰ ਖਿੱਚਿਆ ਜਾ ਸਕਦਾ ਖਿੱਚਦੇ ਹੋ, ਖਿੱਚਣਾ ਚਾਹੀਦਾ। ਇਹ ਠੀਕ ਹੈ, ਸਮੇਂ ਦੇ ਮੁਤਾਬਕ ਅਸੀਂ ਸਮਾਰਟ ਲਾਈਫ ਜਿਉਂਦੇ ਹਾਂ ਅਤੇ ਸਾਨੂੰ ਬੱਚਿਆਂ ਦੇ ਪੱਧਰ 'ਤੇ ਜਾ ਕੇ ਉਹਨਾਂ ਦੇ ਸਟੈਂਡਰਡ ਨੂੰ ਦੇਖਦਿਆਂ ਹੋਇਆਂ ਉਸ ਤਰੀਕੇ ਨਾਲ ਸਮਝਾਉਣਾ ਪੈਂਦਾ। ਠੀਕ ਹੈ, ਅੱਜ ਤੋਂ 10-20 ਸਾਲ ਪਹਿਲਾਂ ਦਬਕਾ ਮਾਰ ਕੇ ਸਮਝਾਇਆ ਜਾ ਸਕਦਾ ਸੀ, ਪਰ ਹੁਣ ਦੇ ਬੱਚੇ ਦਬਕਾ ਮਾਰ ਕੇ ਸ਼ਾਇਦ ਨਹੀਂ ਸਮਝਦੇ। ਹੁਣ ਉਹਨੂੰ ਦਲੀਲ ਨਾਲ ਸਮਝਾਉਣਾ ਪੈਂਦਾ, ਦੱਸਣਾ ਪੈਂਦਾ ਕੀ ਗਲਤ ਹੈ। ਅਜੇ ਸਾਡੇ 'ਚ ਕਮੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਅਤੇ ਗਲਤ ਦਾ ਨਿਰਣਾ ਕਰਕੇ ਨਹੀਂ ਦੇ ਪਾਉਂਦੇ, ਦਬਕਦੇ ਹਾਂ ਅਜੇ ਵੀ। ਪਰ ਬੱਚੇ ਫਿਰ ਬਾਅਦ 'ਚ ਪੁੱਛਦੇ ਨੇ ਐਸਾ ਕਿਉਂ ਹੈ। ਪਰ ਫਿਰ ਵੀ ਅਸੀਂ ਖਿੱਚਦੇ ਆਪਣੇ ਬੱਚਿਆਂ ਨੂੰ ਹੀ ਆ, ਟੋਕਦੇ ਅਤੇ ਰੋਕਦੇ ਆਪਣੇ ਬੱਚੇ ਨੂੰ। ਮਹਾਰਾਜ ਜੀ ਸਾਨੂੰ ਆਪਣੇ ਜਾਣਦੇ ਨੇ, ਅਸੀਂ ਮਹਾਰਾਜ ਕੇ ਆਪਣੇ ਇਸ ਕਰਕੇ ਰੋਕਦੇ ਨੇ। ਪਰ ਜਦੋਂ ਰੁਕ ਜਾਏ ਅਤੇ ਫਿਰ ਇਹ ਬਖਸ਼ਿਸ਼ ਮਿਲ ਗਈ। ਅੱਜ ਜੋ ਰੁਕ ਗਏ, ਜਿਹੜੇ ਸਾਡੇ 'ਚੋਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਰੋਕ ਲੈਣਗੇ, ਉਹਨਾਂ ਨੂੰ ਇਹ ਬਖਸ਼ਿਸ਼ ਵੀ ਪ੍ਰਾਪਤ ਹੋ ਜਾਏਗੀ। ਮਹਾਰਾਜ ਦੱਸਦੇ ਨੇ ਫਿਰ ਇੱਦਾਂ ਅਰਦਾਸ ਕਰਿਆ ਕਰੋ। ਮਹਾਰਾਜ ਨੇ ਆਪਣੇ ਤਜਰਬੇ ਇਹਨਾਂ ਸ਼ਬਦਾਂ 'ਚ ਪਰੋਏ ਨੇ। ਸ਼ਬਦ ਨੂੰ ਇਸੇ ਕਰਕੇ ਅਸੀਂ ਗਿਆਨ ਮੰਡਲ ਵਿੱਚ ਵੀ, ਜਿਹਨੂੰ ਅਸੀਂ ਗਿਆਨ ਖੰਡ ਕਹਿੰਦੇ ਆ, ਗਿਆਨ ਖੰਡ ਵਿੱਚ ਵੀ ਪੜ੍ਹਦੇ ਹਾਂ, ਕਰਮ ਖੰਡ ਵਿੱਚ ਵੀ ਪੜ੍ਹਦੇ ਹਾਂ, ਧਰਮ ਖੰਡ ਵਿੱਚ ਵੀ ਪੜ੍ਹਦੇ ਹਾਂ, ਕਿਉਂਕਿ ਇਹਦੇ ਵਿੱਚੋਂ ਗਿਆਨ ਵੀ ਮਿਲਦਾ ਹੈ, ਕਰਮ ਕਰਨ ਦੀ ਜੁਗਤ ਵੀ ਮਿਲਦੀ ਹੈ, ਇਹ ਤੋਂ ਧਰਮ ਨਿਭਾਉਣ ਦਾ ਬਲ ਵੀ ਮਿਲਦਾ ਹੈ, ਅਤੇ ਇਹਦੇ ਵਿੱਚੋਂ ਫਿਰ ਸ਼ਰਮ, ਬਖਸ਼ਿਸ਼ਾਂ ਅਤੇ ਮਿਹਨਤ ਕਰਨ ਦਾ ਬਲ ਵੀ ਮਿਲਦਾ ਹੈ, ਅਤੇ ਪ੍ਰਾਪਤੀ ਦੇ ਸਦਕੇ ਵਿੱਚ ਸੱਚ ਦੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਤੁਸਾਂ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਆਪਣੇ ਦਰਬਾਰ 'ਚ ਬੈਠਣ ਨੂੰ ਥਾਂ ਦਿੱਤਾ ਹੈ, ਤੁਸਾਂ ਮੈਨੂੰ ਅੱਜ ਮੱਤ ਬੁੱਧ ਦਿੱਤੀ ਹੈ, ਅਤੇ ਮੇਰੀ ਆਸਾ ਅਤੇ ਮੇਰੀ ਮਨਸਾ ਤੁਹਾਡੇ ਦਰਬਾਰ 'ਚ ਆ ਕੇ ਪੂਰੀ ਹੋਈ ਹੈ। ਆਸਾ ਅਤੇ ਮਨਸਾ ਦੋ ਐਸੇ ਪੱਖ ਨੇ ਸਾਡੇ ਅੰਦਰ ਦੇ, ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਸਾਂ ਦਾ ਸਾਰਾ ਜੀਵਨ ਆਸਾਵਾਂ ਦੇ ਨਾਲ ਤੇ ਭਰਿਆ ਹੋਇਆ, ਜਿਹਨੂੰ ਅਸੀਂ ਉਰਦੂ ਵਾਲੇ ਉਮੀਦ ਕਹਿੰਦੇ ਨੇ। ਉਮੀਦ 'ਤੇ ਕਹਿੰਦੇ ਦੁਨੀਆ ਟਿਕੀ ਰਹਿੰਦੀ ਹੈ, ਆਸ 'ਤੇ ਜੀਵਨ ਟਿਕਿਆ ਹੈ। ਕਦੇ ਕਦੇ ਅਸੀਂ ਥੋੜ੍ਹਾ ਜਿਹਾ ਗਿਆਨ ਪ੍ਰਾਪਤ ਕਰਦੇ ਕਹਿੰਦੇ ਆਸ ਕੇ ਤੋਂ ਕਰੀਏ, ਨਹੀਂ,
ਸਾਡੇ ਜੀਵਿਤ ਹੋਣ ਦੀ, ਜੀਵਿਤ ਰਹਿਣ ਦੀ ਆਸ ਹੀ ਇੱਕ ਧਾਰਾ ਹੈ। ਆਸ ਹੀ ਸਾਨੂੰ ਜੀਵਨ ਦਿੰਦੀ ਹੈ। ਆਸ ਦੇ ਸਦਕੇ ਹੀ ਅਸੀਂ ਜੀਵਿਤ ਆ ਬੈਠੇ। ਕਿਉਂ? ਕੋਈ ਆਸ ਹੈ ਨਾ। ਅਸੀਂ ਉੱਠ ਕੇ ਘਰ ਕਿਉਂ ਜਾਣਾ? ਕੋਈ ਆਸ ਹੈ ਘਰਦਿਆਂ ਤੋਂ, ਬੱਚਿਆਂ ਤੋਂ, ਪਰਿਵਾਰ ਤੋਂ, ਇੱਕ ਦੂਜੇ ਤੋਂ। ਕਿਸੇ ਤੇ ਸਾਨੂੰ ਆਸ ਹੈ, ਕਿਸੇ ਨੂੰ ਸਾਡੇ ਤੋਂ ਆਸ ਹੈ। ਇੱਕ ਦੂਜੇ ਨਾਲ ਆਸਾਵਾਂ ਦੇ ਸੰਬੰਧ ਜੁੜੇ ਹੋਏ ਨੇ। ਜੁੜੇ ਹੋਏ ਪਰ ਗੱਲ ਵੱਖਰੀ ਹੈ ਕਿ ਆਪਣੀਆਂ ਆਸ਼ਾਵਾਂ ਨੂੰ ਇੰਨਾ ਸ਼ੁੱਧ ਕਰ ਦਈਏ, ਇੰਨਾ ਸ਼ੁੱਧ ਕਰ ਦਈਏ ਕਿ ਸਾਡੀ ਆਸਾ ਦਾ ਜੋ ਕੇਂਦਰ ਹੈ ਉਹ ਬਦਲ ਜਾਏ। ਜ਼ਰੂਰਤਾਂ ਸਾਰੇ ਮਨੁੱਖਾਂ ਨੂੰ ਨੇ ਅਤੇ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਿਤੇ ਨਾ ਕਿਤੇ ਅਸੀਂ ਆਸ ਵੀ ਕਰਦੇ ਹਾਂ। ਬਸ ਇਹ ਬਦਲਣਾ ਸੀ ਕਿ ਆਪਣੀ ਆਸ ਦਾ ਕੇਂਦਰ ਜਿਹੜਾ ਹੈ ਉਹ ਬਦਲ ਦੇਣਾ ਹੈ। ਕਿੱਥੇ ਕਰੀਏ ਆਸ ਰੱਖੀਏ? ਇੱਥੇ ਇੱਕ ਨਿੱਕੀ ਜਿਹੀ ਗਾਥਾ ਆਪਾਂ ਕਈ ਵਾਰ ਪੜ੍ਹਦੇ ਹੁੰਦੇ। ਕਈ ਵਾਰ ਆਪਣੇ ਪੜ੍ਹੇ ਸੁਣ ਕੇ ਇਤਿਹਾਸ ਦਾ ਹਿੱਸਾ ਹੈ। ਭਾਈ ਤਿਲਕੂ ਜੀ ਗੜ੍ਹਸ਼ੰਕਰ ਦੇ ਨਿਵਾਸੀ ਨੇ। ਬਹੁਤ ਅਮੀਰ ਨਹੀਂ ਗੇ, ਇਹ ਨਹੀਂ ਗੇ ਕਿ ਬਹੁਤ ਰਜਵਾੜੇ ਅਤੇ ਜ਼ਮੀਂਦਾਰ ਨੇ। ਇੱਕ ਸਧਾਰਨ ਕਿਰਤੀ ਬਿਰਤੀ ਮਨੁੱਖ ਹੈ। ਜਦੋਂ ਜੋਗੀ ਘਰ ਆ ਕੇ ਕਹਿੰਦਾ ਕੀ ਤੈਨੂੰ ਜ਼ਰੂਰਤਾਂ ਨਹੀਂ ਗੀਆਂ? ਭਾਈ ਤਿਲਕੂ ਕਹਿੰਦੇ ਨਹੀਂ, ਜ਼ਰੂਰਤਾਂ ਤਾਂ ਹੈ, ਪਰਿਵਾਰਕ ਜੀ ਆ, ਘਰ ਪਰਿਵਾਰ ਦੀਆਂ ਲੋੜਾਂ ਤਾਂ ਹਰ ਵਕਤ ਰਹਿੰਦੀਆਂ, ਜ਼ਰੂਰਤਾਂ ਨੇ। ਕਹਿਣ ਲੱਗਾ ਮੈਂ ਤਾਂ ਕਹਿ ਰਿਹਾ ਕਿ ਮੇਰੇ ਕੋਲ ਆ ਅਤੇ ਮੈਂ ਤੇਰੀਆਂ ਲੋੜਾਂ ਪੂਰੀਆਂ ਕਰ ਦਿਆਂਗਾ। ਕਹਿਣ ਲੱਗਾ ਬਸ ਇਹੀ ਤਾਂ ਫਰਕ ਹੈ। ਲੋੜਾਂ ਮੈਨੂੰ ਹੈਗੀਆਂ ਨੇ ਅਤੇ ਲੋੜਾਂ ਦੀ ਮੰਗ ਵੀ ਮੇਰੀ ਹੈਗੀ ਆ, ਪਰ ਮੈਂ ਮੰਗਦਾ ਤੇਰੇ ਤੋਂ ਨਹੀਂ। ਕਿ ਤੈਨੂੰ ਕੋਈ ਆਸਾ ਨਹੀਂ ਕਿ ਤੇਰੀ ਆਸਾਂ ਪੂਰੀਆਂ ਹੋਣਗੀਆਂ? ਹੈ, ਆਸ ਵੀ ਹੈ। ਲੋੜਾਂ ਨੇ ਅਤੇ ਲੋੜਾਂ ਪੂਰੀਆਂ ਕਰਨ ਦੀ ਆਸ ਵੀ ਹੈ, ਹੋਣਗੀਆਂ। ਫਸਲ ਬੀਜੀ ਹੈ, ਫਸਲ ਭਰਪੂਰ ਹੋਏਗੀ, ਮੇਰੀਆਂ ਲੋੜਾਂ ਪੂਰੀਆਂ ਹੋਣਗੀਆਂ, ਮੇਰੀ ਆਸ ਹੈ। ਮਿਹਨਤ ਮਸ਼ੱਕਤ ਕਿਰਤ ਕਰਦਾ ਹਾਂ, ਮੈਨੂੰ 4 ਟਕੇ ਮਿਲਣਗੇ, ਮੇਰੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਮੈਨੂੰ ਆਸ ਹੈ। ਫਿਰ ਮੰਗਦਾ ਕਿਹਦੇ ਤੋਂ ਹੈ? ਕਹਿਣ ਲੱਗਾ ਆਸ ਦਾ ਕੇਂਦਰ ਆ, ਮੰਗਦਾ ਜੋ ਨਾ ਮੈਂ ਆਪਣੇ ਗੁਰੂ ਤੋਂ ਆ। ਇਹ ਨਹੀਂ ਕਿ ਭਾਈ ਤਿਲਕੂ ਦੀਆਂ ਜ਼ਰੂਰਤਾਂ ਨਹੀਂ ਗੀਆਂ, ਗੁਰਸਿੱਖ ਨੂੰ ਘਰ ਲੋੜਾਂ ਨਹੀਂ ਗੀਆਂ। ਸਭ ਕੁਝ ਰਹੇਗਾ, ਗੁਰਸਿੱਖ ਦੇ ਘਰ ਲੋੜਾਂ ਵੀ ਨੇ, ਜ਼ਰੂਰਤਾਂ ਵੀ ਨੇ, ਪਰ ਉਹਨੂੰ ਇਹ ਪਤਾ ਹੈ ਕਿ ਮੇਰੀਆਂ ਆਸਾਵਾਂ, ਮੇਰੀਆਂ ਜ਼ਰੂਰਤਾਂ ਅਤੇ ਮੇਰੀਆਂ ਲੋੜਾਂ ਨੂੰ ਪੂਰੀਆਂ ਕਰਨੀਆਂ ਮੇਰੇ ਗੁਰੂ ਕੋਲੋਂ ਨੇ। ਮੈਂ ਆਪਣੇ ਗੁਰੂ ਕੋਲ ਜਾ ਕੇ ਕਹਾਂਗਾ ਸੱਚੇ ਪਾਤਸ਼ਾਹ ਮੈਨੂੰ ਚਾਹੀਦਾ ਹੈ। ਰੋਜ਼ਾਨਾ ਸੰਧਿਆ ਦੇ ਵੇਲੇ ਜਦੋਂ ਸਿੱਖ ਦਰਬਾਰ 'ਚ ਬੈਠਦੇ ਨੇ ਅਤੇ ਕੀ ਕਹਿੰਦੇ? ਦੋਏ ਸੇਰ ਮਾਂਗੋ ਚੂਨਾ। ਆਸ ਹੈ ਨਾ, ਦਿਨ ਭਰ ਕਿਉਂ ਮਿਹਨਤ ਮਸ਼ੱਕਤ ਕਰਦੇ ਹੋ? ਆਸ ਹੈ ਵੀ ਰੋਟੀ ਕਮਾਵਾਂਗੇ। ਰੋਟੀ ਕਮਾਉਣ ਦਾ ਮਤਲਬ 4 ਪੈਸੇ ਧਨ ਕਮਾਵਾਂਗੇ, ਪਰਿਵਾਰ ਦੇ ਜੀਆਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਹੋਵੇਗਾ। ਅਤੇ ਸੰਧਿਆ ਨੂੰ ਆਖੇ ਮਹਾਰਾਜ ਮੇਰੀ ਆਸ ਹੈ ਇਹ ਪੂਰੀ ਹੋਵੇਗੀ। ਦੋਏ ਸੇਰ ਮਾਂਗੋ ਚੂਨਾ, ਪਾਓ ਘੀਓ ਸੰਗ ਲੂਨਾ, ਅੱਧ ਸੇਰ ਮਾਂਗੋ ਦਾਲੇ, ਮੁੱਕੋ ਦੋਨੋਂ ਵਕਤ ਜੀਵਾਲੇ। ਗੱਲ ਤਾਂ ਇਤਨੀ ਹੈ ਨਾ ਕਿ ਮੇਰੇ 2 ਵਕਤ ਦਾ ਪਰਿਵਾਰ ਦਾ ਗੁਜ਼ਰਾਨ ਹੋ ਜਾਏ। ਔਰ ਇਹ ਮੰਗਣਾ ਕਿਹਦੇ ਤੋਂ? ਬਸ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ। ਮੰਗਾਂ ਤੇ ਹਰ ਇੱਕ ਨੂੰ ਨੇ, ਜ਼ਰੂਰਤਾਂ ਤੇ ਬਾਬਾ ਕਬੀਰ ਸਾਹਿਬ ਦੇ ਰਾਹੀਂ ਮੰਗ ਕਰਨ ਦੀ ਜੁਗਤੀ। ਕਬੀਰ ਆਸਾ ਕਰੀਐ ਰਾਮ ਕੀ। ਆਪਣੀਆਂ ਜਿੰਨੀਆਂ ਆਸਾਵਾਂ ਨੇ ਉਹ ਰਾਮ 'ਤੇ ਟਿਕਾ ਦੇ, ਵਾਹਿਗੁਰੂ 'ਤੇ ਟਿਕਾ ਦੇ। ਤੇ ਕਹੇ ਕਿ ਸੱਚੇ ਪਾਤਸ਼ਾਹ ਮੇਰੀਆਂ ਆਸਾਵਾਂ ਨੂੰ ਤੁਹਾਡੇ ਦਰ ਤੋਂ ਪੂਰਾ ਹੋਣਾ। ਆਸਾ ਕਰੀਏ ਰਾਮ ਕੀ, ਅਵਰ ਹੈ ਆਸ ਨਿਰਾਸ਼। ਬਾਕੀਆਂ ਤੋਂ ਨਿਰਾਸ਼, ਬਾਕੀਆਂ ਤੋਂ ਨਹੀਂ ਕੋਈ। ਠੀਕ ਹੈ, ਚੰਗੇ ਨੇ ਸਾਰੇ, ਹਰ ਕੋਈ ਜੀ ਜੋ ਕਰਤੇ ਨਹੀਂ ਬਣਾਇਆ ਚੰਗਾ। ਉਹਦੀ ਜੋ ਸੇਵਾ ਡਿਊਟੀ ਲੱਗੀ ਹੈ, ਜਿੱਥੇ ਤੇ ਉਹਦੀ ਸਥਾਪਨਾ ਹੋਈ ਆਪਣੇ ਥਾਂ 'ਤੇ ਹਰ ਕੋਈ ਚੰਗਾ ਭਾਈ। ਪਰ ਮੈਨੂੰ ਪਤਾ ਹੈ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ ਮੇਰਾ, ਅਤੇ ਮੇਰੀਆਂ ਆਸਾਵਾਂ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਨੇ। ਅਤੇ ਜਦੋਂ ਗੁਰੂ ਦੇ ਕੋਲ ਹੀ ਬੈਠੇ ਹਾਂ ਤਾਂ ਕਹਿਣ ਲੱਗੇ ਮਹਾਰਾਜ ਮੇਰੀਆਂ ਤਾਂ ਆਸਾਂ ਪੂਰੀਆਂ। ਜੇ ਕੋਈ ਤਰਕ ਵਾਲਾ ਪੁੱਛੇ ਵੀ ਕੀ ਲੋੜਾਂ ਪੂਰੀਆਂ? ਨਹੀਂ, ਮੈਨੂੰ ਇਹ ਆਸ ਪੂਰੀ ਹੋ ਗਈ ਕਿ ਮੇਰੇ ਗੁਰੂ ਮਿਲ ਗਏ ਨੇ, ਅਤੇ ਗੁਰੂ ਮਿਲ ਗਏ ਨੇ ਅਤੇ ਹੁਣ ਗੁਰੂ ਮੈਨੂੰ ਭੁੱਖਿਆ ਨਹੀਂ ਮਰਨ ਦੇਣਗੇ। ਬਸ ਸਿਆਣਿਆਂ ਨੇ ਕਈ ਵਾਰ ਸੁਣਿਆ ਹੁਣ, ਆਪ ਜੀ ਨੇ, ਭਾਈ ਸਾਹਿਬ ਜੀ ਕਈ ਵਾਰ ਆਪਣੇ ਕਥਾ ਕੀਰਤਨ 'ਚ ਕਿਹਾ ਕਰਦੇ ਸੀ ਕਿ ਭਾਈ ਇੱਕ ਨਿੱਕਾ ਜਿਹਾ ਬਾਲਕਰ ਹੁੰਦਾ ਹੈ, ਬਾਲਕਰ ਹੁੰਦਾ, ਦੁੱਧ ਮੰਗਦਾ ਹੈ, ਮਿਠਾਈ ਮੰਗਦਾ, ਖਿਡੌਣੇ ਮੰਗਦਾ ਹੈ। ਅਤੇ ਜਦੋਂ ਬਹੁਤਾ ਰੋਂਦਾ ਜਾਂ ਕਿਤੇ ਚੇਤਨਾ ਆ ਜਾਏ ਤਾਂ ਬਾਲਕਾ ਫਿਰ ਮਾਂ ਕਰਨ ਲੱਗ ਪੈਂਦਾ। ਹੁਣ ਕੋਈ ਉਹਨੂੰ ਖਿਡੌਣੇ ਦਿੰਦਾ, ਮਿਠਾਈ ਦਿੰਦਾ, ਨਹੀਂ ਮੰਗਦਾ, ਨਹੀਂ ਲੈਂਦਾ, ਮਾਂ ਦੇ ਬਾਬਤ ਰੋਂਦਾ, ਮੈਨੂੰ ਮਾਂ ਮਿਲਾ ਦਿਓ। ਕਿਉਂਕਿ ਉਹਦੇ ਅੰਦਰ ਚੇਤਨਾ 'ਚ ਜੋ ਸੋਝੀ ਕਰਤੇ ਨੇ ਦਿੱਤੀ, ਉਹਦੇ 'ਚ ਪਤਾ ਹੈ ਕਿ ਜੇ ਮਾਂ ਮਿਲ ਗਈ ਅਤੇ ਦੁੱਧ ਵੀ ਮਿਲ ਜਾਣਾ ਹੈ, ਖਿਡੌਣੇ ਵੀ ਮਿਲ ਜਾਣੇ ਨੇ, ਮਿਠਾਈ ਵੀ ਮਿਲ ਜਾਣੀ ਹੈ, ਸਭ ਕੁਛ ਮਿਲ ਜਾਣਾ ਹੈ ਜੇ ਮਾਂ ਮਿਲ ਗਈ। ਅਤੇ ਜੇ ਮਾਂ ਨਾ ਮਿਲੀ
तो एक मिलेगा, दूजा चीज़ नहीं मिलेगी। एक पदार्थ मिलेगा, जो दुध मिलेगा, कल कोई मिठाई दे देगा, फिर खिडौने वास्ते रोना पेगा। इस वास्ते माँ दे कोल जाके सिर्फ एक बार रोना पेगा, तो शायद बाद विच रोना भी नहीं पेगा। विछड़े हाँ तो रोना पेगा, पर मिल गए तो फिर रोना नहीं पेगा, क्योंकि माँ नूं पता है किस वक्त मिठाई देनी है, किस वक्त खिडौना देना है, किस वक्त उसनूं दुध देना है। माँ नूं सब पता है। इसे करके गुरुदेव नूं पता है सानूं किस वक्त की देना है। अपनियां आसावां नूं, अपनियां उम्मीदां नूं अपने गुरु के चरणों च टिका दईए। बड़ा प्यारा बचन है, कदे कदे पाठ करदे अपने पढ़िया होवेगा। जी की बिरथा होए सो गुरु पे अरदास कर। तेरे दिल विच जो कुछ भी है अपने गुरु नूं कह दे, सच्चे पातशाह आ चीज़ां ने तुसीं अपने समय के मुताबिक पूरा कर दिओ। मैं तो तुहाडी आस ते, तुहाडी उम्मीद ते, तुहाडे सहारे ते आ काम कर बैठा। बड़ा प्यारा कीर्तन कदे कदे असीं सुणदे ना, बड़ी प्यारी धुन साडे प्रचलित है। तेरे भरोसे प्यारे मैं लाड लडाया। ये सच्चे पातशाह, मैं जो जीवन का लाड लडा लिया, खिड आरंभ कर लिया, तेरे आसरे ते है। पर साचे भूले चूके बारक, मेथों इस लाडे विच घर परिवार के काम धंधे करदिया होया भी हर वक्त भुल चुक होने का खदशा रहिंदा है। तो उस मुकाम ते अज सानूं उच्चा लै जांदे ने। मेरी आसा पूरी हो गई, तक गुरु मिल गए ने। ते गुरु मिल गए ने तो सब कुछ मिल गया। जो कि हिंदी का मुहावरा, हाथी के पाँव में सबका पाँव। गुरु मिल गए, सब कुछ मिल गया, क्योंकि हुण अगलियां जरूरतां मेरियां गुरु साहब ने आपे पूरियां करनियां ने। ते मनसा मन विच जो ख्वाहिशां होंदियां ने, किदां करांगे, हुण 4 पैसे मिलणगे ते किवें खर्चांगे, ये भी मनसा होंदी है। आसा है धन दी, याद रखना, समझ सकी जे। आसा है मैनूं कमाई मिले, मैनूं धन मिले, एक खास अमाउंट जो कुछ भी सी साडे कल्पना, साडी जरूरतां मुताबिक हुंदा है, मैनूं इन्हां धन मिले। फिर ख्याल उठदे ने किवें खर्चना है, कित्थे कित्थे खर्चना है, किस बच्चे नूं की लैके देना, की करना जिन्हों आपां निक्की निक्की प्लैनिंग कई नहीं हुंदे। ये मन के निक्के निक्के संकल्प होंदे ने, ख्याल होंदे ने। जे मैनूं 100 रुपया मिलेगा तो मैं 10 कित्थे खर्चने ने, 10 कित्थे खर्चने ने, 10 कित्थे खर्चने ने। असीं बहुत सारियां निक्की निक्कियां खर्चे दियां प्लैनिंग बना लैने आ। इस तरह घर परिवार के सारे हिस्सों ते अलग अलग प्लैनिंग्स बनते, सोचते हैं। ये मन चों तरंग निकलते रहते हैं, इत्थे बैठियां भी निकलते रहते हैं। महाराज किरपा हो जाए ना तो अज आ करांगे, महाराज किरपा हो तो आ करांगे, इत्थे जावांगे, आ करांगे। ये मनसा होंदियां ने। मनसा मन दे विचों निकलण वाले निक्के निक्के ख्याल। इसे करके जिहड़े मन का अध्ययन करते हो, अपने पढ़े मन का कहया मनसा करै। मन दे विच जो ख्याल प्रपक्क हो जाता, मनसा हो जिहियां बन जांदियां ने। ते फिर किचों मन चों निकलदा कि यह मन पुन पाप उचरै। पुन पाप का मतलब चंगियाई ते बुराई। मन चों की निकलदा, चंगे काम जां बुरे काम। ते जो कुछ साडे चित्त विच है, मन उहो जिहे काम करन लग पैंदा। अज गुरु की संगत मिली, गुरु दरबार च आउण दा वक्त मिले है। महाराज आपने मेरे ते कृपा की है, मेरी आसा पूरी हो गई है, मेरी मनसा पूरी हो गई है। पूरी आसा जी मनसा मेरे राम, हे मेरे सच्चे पातशाह, आप जी के दर ते पहुँच होई मेरिया सारिया आसावां पूरियां। मैनूं विश्वास है असीं तो इत्थे पहुँचांगे ना, क्योंकि असीं यकीनन दुनियावी दावा तो नहीं कर रहे कि देखो जी मेरिया लोड़ां ही मुक गईयां। नहीं, असीं विश्वास करते हाँ कि अज तो बाद मैनूं संसार दे के हथ नहीं अड्डना पेगा। अज तो बाद मैनूं संसार च दुखी नहीं होना पेगा। अज तो बाद मेरी भटकना नहीं होगी, क्योंकि सच्चे पातशाह आप दे दर ते पहुँच गए हैं। जिवें प्यासे नूं खूह मिल जाए, कहंदा भटकना रुकी, भुखे नूं भोजन मिल जाए, कहंदा गल बन गई। इस तरह सिख नूं गुरु मिल गए, कहंदा हुण बस रज गए। पता क्यों? मोह निर्गुण जियो सब गुण तेरे राम। हे सच्चे पातशाह मैं तो निर्गुण आ रहा हाँ। पुराने धारणा पढ़ते होंदे सी, कोई गुण ना गुरु जी विच मेरे ते अवगुण दा मैं भरिया। पुराने कीर्तनीय धारणा करते होंदे सी। सच्चे पातशाह कोई भी मेरे च गुण नहीं है। तो तर्क वाले कहणगे आ तो बड़े गुण ने तुहाडे च, सिख तो बड़े गुणवान होंदे ने और चाहिए भी ने। सिख तो गुणां दी खान चाहिए ने, सिख तो गुणवान चाहिए ने।
सिख दे कोल ते बहुत स्किल्स ने, बहुत गुण चाहिए ने, विद्या चाहिए है, पर सिख की कहता नहीं महाराज सब गुण तेरे। वरत रहा है माँ लेकिन गुण तो तेरे ने। सत्य है कि गुण तो करते दे ही नहीं ना, असी तो करते दे बख्शिश किए हुए गुणों को वरत रहे हाँ। आ सत, संतोख, दया, धर्म, धीरज ये सिखां दे प्रसिद्ध गुण ने। लोग कहते श्रेष्ठ मनुखता दे ने, ये साढ़े को होने चाहिए ने। ये ठीक है कि साड़ी अलग अलग हैसीयत होगी, अलग अलग साढ़े हालात होणगे, पर फिर भी सत्त पल्ले होना चाहिए ना। सिख दे पल्ले हुंदा। बाकू तो इलावा जिन्ने स्किल ने साढ़े को, हुनर ने, कि साढ़े अपने ने नहीं। असी जन्म के नाल तो कुछ लैके भी नहीं, कोई स्किल लैके थोड़ा जन्मिया, इत्थे आके सीखे है। ये सब तुसां दिता है पातशाह, तुसां ने ही कृपा की है। किसी नूं किते लाता, किसी नूं किते लाता। सियाणे इसे करके देखिया ना, अज जो ट्रेनिंग सेंटर होंदे ने जिथे मनुख नूं वड्डे पद्धरां ते सियाणे अध्यापक ही देखते हैं बच्चे च किहड़ी रुचि है, बच्चा किहड़े गुण नूं काम कर सकदा, फिर उधर ला देंदे ने। जरूरी नहीं कि मापिਆਂ ਦੇ 2 बच्चे ने तो दोवें को काम करनगे, ऐसा जरूरी नहीं है। करते ने किसी ने कुछ बनाउणा हुंदा, करते ने किसी ने कुछ बनाउणा हुंदा। और ये सियाणे मापिਆਂ ਦੀ ਤੇ अध्यापकों की रिस्पोंसिबिलिटी है कि वो बच्चे दे हालात नूं, हुनर नूं परखण ते जिस पासे उहदा बेहतरीन पकड़ होवे उस नूं उस पासे तोर दिओ। और ये सब कुछ सानूं इत्थों मिलदा है। महाराज मेरे गुण वरत रहा हाँ, पर तेरे गुण असीं तेरे दिते गुणां नूं वरतदे हाँ। जिवें आ धुप करते की बख्शिश है, असीं ते वरतदे हाँ। बोलना मेरा गुण थोड़ा है, करते ने दिता है, असीं ते वरत रहे, दे नाल धन कमा रहे हैं। तुरना, नठना, भजना, जिन्ने भी कुदरत ने सानू स्किल दिते ने, जिन्हां दे नाल किसी प्रकार भी सानू सुख मिलता है, धन मिलता है, ये उन्हें दातां ने। शायद इसे करके ये दात किया जाता है। ये सब तेरियां दातां ने। रहतमंद नामे च एक बड़ा प्यारा बचन हुंदा है। महाराज तो पूछिए, महाराज किसी सिख दे कोल बहुत धन होवे, उहदा परिवार बड़ा सुंदर होवे, बच्चे खूबसूरत ने, चंगे ने, अपने अपने कार विहार टिकाणियां ते बिल्कुल सुंदरता ना चंगे तरीके नाल काम करते हैं, इज्जत मान प्रतिष्ठा भी समाज विच होवे, 4 पल्ले पैसे भी होवन, तो की जाचे अपने आप को कि मैं बहुत बड़ा राजा हो गया। कहन लगे नहीं, कई सब दात गुरु की जान है। महाराज तुहाडी दात है, याद रखना। चंगा परिवार होना भी एक दात है, 4 पैसे होना भी एक दात है, सुंदरता ते तंदुरुस्ती भी एक दात है, नियामत है। किते आले दुआले झात पा के देखिए, कईयों को पैसे बड़े ने पर कर शांति नहीं गई, दोवां जियां च बोल बाणी है नहीं, धियां पुत्रां नाल गलबात नहीं हुंदी। अमीर बहुत ने, बड़े घर ऐसे ने जिन्हां को व्यापार, धन, पदार्थ, खेत, जिम्मेदारी बहुत तकड़ी तकड़ी है, पर पता लगा पति किते रहिंदा, पत्नी किते रहिंदी है, पुत्र किते रहिंदा, धी किते रहिंदी है। पुछी कदे मिले हो? नहीं, गलबात ही नहीं होंदी। जी रहे हैं बस, वो सब जी रहे हैं आपो अपना। तो दूजे पासे वो भी है जो साधारण रोटी खांदा है, पर शाम के वक्त छुट्टी वाले दिन शाम नूं इकट्ठे बैठ सकते हैं। गुरुदेव कृपा करन अरदास करे कि सच्चे पातशाह सानू ये भी दात बख्शिश करो कि परिवार विच एका बनिया रहे। एकता ये सब दातां ने तेरियां। महाराज मेरा अपना कुछ नहीं गा, असी कदे कदे पढ़िया भी है वडेरियां दा, महाराज ने सानू दिते ने। असी कदे जिवें कहने कि पातशाह मैं ना ही छाओ नहीं कि छा है ना मोरा, ये है कुछ नहीं मेरा, सब कुछ तुहाडा है, तुहानू ही सौंपदे हाँ, तुसीं ही लाजपत रख दो। बड़ा प्यारा बचन बिलावल च आपां कदे कदे जाके पढ़ते हुंदे आ। ये सच्चे पातशाह जीओ ये सारियां बख्शिशां तुहाडियां ने, तुम समर्था कारण करण। महाराज तुसीं करण कारण समर्थ हो, साडे अवगुण साडियां गलतियां तुसीं ढक लैंदे हो, साढ़े पड़दे ढाकन ढाक गोबिंद गुरु मेरे। हे सच्चे पातशाह मेरे अवगुण मिटा दिओ, मोह निर्गुण जियो। हे सच्चे पातशाह मैं ते निर्गुण आराई हाँ, सब गुण तेरे राम। हे राम, हे वाहिगुरु जी, सारे गुण तुसां ने दिते ने, आ सारियां कृपा तुहाडियां ने, सब गुण तेरे ठाकुर मेरे, कित मुख तुध सलाही। महाराज तो सारे गुण भी तेरे ने, रहमतां भी तेरिया ने, मैं किद्दां तुहाडी सिफत कर सकां। भाव मेरे को तो कोई शब्द नहीं बनते। आपां कदे कदे
ਸਾਹਿਤ ਪੜ੍ਹਦੇ ਪੜ੍ਹਦੇ ਕਹਿੰਦੇ ਹੁੰਦੇ ਨਾ ਕਿ ਸਾਡੇ ਕੋਈ ਸ਼ਬਦ ਨਹੀਂ ਬਣਦੇ। ਸਾਹਿਤ ਪੜ੍ਹਨ ਵਾਲੇ ਤੇ ਕਹਿੰਦੇ ਨੇ ਸ਼ਬਦ ਬਣਦੇ ਨਹੀਂ। ਅਭਿਆਸੀਆਂ ਨੂੰ ਪਤਾ ਹੈ ਜਦੋਂ ਕੋਈ ਕਰਤੇ ਦੀ ਦਾਤ ਮਿਲਦੀ ਹੈ ਤੇ ਦਾਤ ਪ੍ਰਾਪਤ ਹੋਣ ਤੋਂ ਕੋਈ ਸ਼ੁਕਰਾਨੇ ਦੇ ਭਾਵ 'ਚ ਟਿਕ ਜਾਂਦਾ ਹੈ ਤੇ ਉਤੋਂ ਬੋਲ ਨਹੀਂ ਫੁੱਟਦੇ ਹੁੰਦੇ, ਗਲੇ 'ਚੋਂ ਸ਼ਬਦ ਨਹੀਂ ਨਿਕਲਦੇ ਹੁੰਦੇ, ਗਲ ਭਰ ਜਿਹਨੂੰ ਪੰਜਾਬੀ 'ਚ ਨਾ ਗੱਚ ਭਰ ਜਾਂਦਾ ਹੈ। ਗੁਰਦੇਵ ਕਿਰਪਾ ਕਰਨ ਸਾਨੂੰ ਇਹ ਬਖਸ਼ਿਸ਼ਾਂ ਮਿਲਣ, ਇਹ ਅਵਸਥਾ ਵੀ ਮਿਲੇ ਜਦੋਂ ਕੋਈ ਪਦਾਰਥ ਮਿਲੇ ਤੇ ਕਰਤੇ ਦੇ ਸ਼ੁਕਰਾਨੇ 'ਚ ਆ ਜਾਈਏ ਤੇ ਸ਼ੁਕਰਾਨੇ ਦੇ ਭਾਵ 'ਚ ਬੜਬੜ ਕੇ ਬੋਲਿਆ ਨਾ ਜਾਏ। ਔਰ ਸਿਆਣੇ ਮੰਨਦੇ ਨੇ ਬੇਅੰਤ ਪ੍ਰਪੱਕਤਾ ਦੀ ਅਰਦਾਸ ਤੇ ਜੋ ਗਹਿਰਾਈ ਦਾ ਸ਼ੁਕਰਾਨਾ ਹੋਏਗਾ ਉਦੋਂ ਤੁਹਾਡੇ ਕੋਲ ਬੋਲ ਨਹੀਂ ਹੋਣਗੇ, ਸ਼ਬਦ ਨਹੀਂ ਹੋਣਗੇ। ਫਿਰ ਕੀ ਹੋਏਗਾ? ਉਦੋਂ ਨਿਰਮਲ ਹਿਰਦਾ ਹੋਏਗਾ। हे ਸੱਚੇ ਪਾਤਸ਼ਾਹ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਬਹੁਤੇ ਪਿਆਰਿਆਂ ਨੂੰ ਦੇਖਿਆ, ਸ਼ਾਇਦ ਆਪ ਦਾ ਅਨੁਭਵ ਵੀ ਹੋਵੇ, ਗੱਚ ਭਰ ਜਾਂਦਾ, ਨੇਤਰ ਡਬਡਬਾ ਜਾਂਦੇ ਨੇ, ਸਿੱਕੇ ਨੇ ਆ ਨੇਤਰ ਸਜਲ ਹੋ ਜਾਂਦੇ ਨੇ, ਅੱਖਾਂ 'ਚੋਂ ਹੰਝੂ ਵਗਣ ਲੱਗ ਪੈਂਦੇ ਨੇ। ਤੇ ਕੋਈ ਪੁੱਛੇ ਵੀ ਕੋਈ ਦੁੱਖ ਹੈ ਤੇ ਗੁਰਮੁਖ ਕਹਿੰਦੇ ਨੇ ਦੁੱਖ ਤੇ ਨਹੀਂ, ਸ਼ੁਕਰਾਨੇ ਦੇ। ਸ਼ੁਕਰਾਨਾ ਹੀ ਐਸਾ ਵੱਡਾ ਭਾਰਾ ਹੋ ਗਿਆ ਕਿ ਗੱਚ ਭਰ ਕੇ ਬੋਲ ਨਹੀਂ। ਕਿਉਂਕਿ ਮੇਰੇ ਜਿਤਨੇ ਵੀ ਬੋਲ ਹੋਣਗੇ ਨਾ ਉਹ ਛੋਟੇ ਛੋਟੇ ਹੋਣਗੇ। ਮੇਰੇ ਬੋਲਾਂ 'ਚੋਂ ਤਾਬ ਨਹੀਂ ਹੋਵੇਗੀ ਕਿ ਆਪਣੇ ਗੁਰੂ ਦੀ ਉਸਤਤ ਕਰ ਸਕਾਂ। ਆਪਾਂ ਸਭ ਕਹਿੰਦੇ ਸੀ ਉਸਤਤ ਵੀ ਕਰਨੀ ਹੋਵੇ ਨਾ ਤੇ ਆਪਣੇ ਬੋਲਾਂ ਨੂੰ ਮਤ ਲਿਖ ਦੁਖਦੇ ਰਹੋ ਕਿ ਦੇਖੋ ਜੀ ਮੈਂ ਕੋਈ ਚੈਪਟਰ, ਕੋਈ ਨਿਬੰਧ, ਕੋਈ ਐਸੇ ਲਿਖ ਲਵਾਂ ਆਪਣੇ ਗੁਰੂ ਦੀ ਉਸਤਤ ਵਿੱਚ। ਲਿਖਣ ਦੀ ਕੀ ਜ਼ਰੂਰਤ ਹੈ? ਇੰਨਾ ਮਹਾਰਾਜ ਨੇ ਲਿਖ ਕੇ ਤੈਨੂੰ ਦਿੱਤਾ ਹੋਏ, ਤੇਰੇ ਕੋਲ ਇਤਨੇ ਸ਼ਬਦ ਨੇ, ਬਸ ਜਿਹੜਾ ਸ਼ਬਦ ਤੇਰੀ ਅਪੀਲ ਤੈਨੂੰ ਟਿਕ ਜਾਣਾ ਇਹ 'ਚ ਉਸਤਤ ਕਰਿਆ ਕਰ। ਇਸੇ ਕਰਕੇ ਸਿਆਣੇ ਅੱਜ ਤੱਕ ਦੇ ਉਸਤਤ ਕੀਰਤਨ ਦੇ ਵਿੱਚ ਸਭ ਤੋਂ ਬਿਹਤਰ ਹੁੰਦੀ ਹੈ। ਸਿਫਤ ਸਲਾਹ ਦਾ ਸਭ ਤੋਂ ਬਿਹਤਰੀਨ ਤਰੀਕਾ ਇਹੀ ਸੁਣਿਆ ਦੱਸਿਆ ਹੈ ਸਿਆਣਿਆਂ ਨੇ ਕਿ ਭਾਈ ਕੋਈ ਗੁਰਬਾਣੀ ਕੀ ਤੁਕ ਅਰਦਾਸ ਦੀ ਭਰੀ ਹੋਈ ਜਿਸ ਸ਼ਬਦ ਸ਼ੁਕਰਾਨੇ ਦੇ ਭਾਵ ਜਿਵੇਂ ਬੜਾ ਚੰਗਾ ਲੱਗਦਾ, ਸ਼ਾਇਦ ਆਪ ਨੂੰ ਵੀ ਚੰਗਾ ਲੱਗੇ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸ਼ਾਹਾ ਅਵਰ ਕਿਆ ਜਾਣੇ ਕੋਈ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ। ਬੜੇ ਪਿਆਰ ਨਾਲ ਇਹਨੂੰ ਕਿਤਨੀ ਵਾਰ ਰਿਪੀਟ ਕਰ ਸਕਦੇ ਹਾਂ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲ ਹੈ ਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਕਿਤਨੇ ਪਿਆਰ ਨਾਲ ਬਚਨ ਅਸੀਂ ਪਿੱਛੇ ਬੜੇ ਹਰ ਧਾਰੋ ਕਿਰਪਾ ਕਰ ਕਿਰਪਾ ਲੇਹੁ ਉਬਾਰੇ ਰਾਮ। ਉਸਤਤ ਦਾ ਸਭ ਤੋਂ ਬਿਹਤਰੀਨ ਅੰਦਾਜ਼ ਹੀ ਹੈ। ਉਸਤਤ ਦਾ ਇਹ ਨਹੀਂ ਕਿ ਹੋਰ ਕੋਈ ਚੰਗਾ ਨਹੀਂ ਕਰ ਸਕਦਾ, ਹੋਏਗਾ। ਚੰਗੇ ਤੋਂ ਚੰਗੇ ਵਕਤਾ ਹੋਣਗੇ, ਚੰਗੇ ਤੋਂ ਚੰਗੇ ਲਿਖਾਰੀ ਹੋਣਗੇ, ਪਰ ਭਾਈ ਸਾਡੀ ਦ੍ਰਿਸ਼ਟੀ 'ਚ ਸਭ ਤੋਂ ਚੰਗਾ ਵਕਤਾ ਗੁਰੂ ਨਾਨਕ ਹੈ। ਸਭ ਤੋਂ ਚੰਗਾ ਲਿਖਾਰੀ ਵੀ ਗੁਰੂ ਨਾਨਕ ਦੇਵ ਜੀ ਨੇ। ਤੇ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਲਿਖ ਕੇ ਦਿੱਤਾ ਹੈ ਸਾਨੂੰ, ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਬੋਲ ਕੇ ਦਿੱਤਾ ਹੈ, ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਮਗਰ ਮਗਰ ਤੁਰੇ ਰਹੀਏ ਨਾ। ਜਦੋਂ ਕਿਤੇ ਨਿੱਜ ਦਾ ਪਿਆਰ ਆਵੇ, ਕੋਈ ਤੁਕ ਕੋਈ ਬਾਣੀ। ਸ਼ਾਇਦ ਇਸੇ ਕਰਕੇ ਮਹਾਰਾਜ ਨੇ ਇੱਕ ਬਚਨ ਦਿੱਤਾ ਹੈ, ਊਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ। ਮਨੁੱਖੀ ਸੁਭਾਅ ਹੈ। ਇਹ ਮਨੋਵਿਗਿਆਨ ਵਾਲੇ ਮੰਨਦੇ ਨੇ ਕਿ ਮਨੁੱਖ ਜਦੋਂ ਕਿਸੇ ਆਨੰਦ ਵਿੱਚ ਹੁੰਦਾ ਹੈ ਨਾ ਉਦੋਂ ਗੁਣਗੁਣਾਉਂਦਾ ਹੈ। ਜਿਨ੍ਹਾਂ ਨੇ ਵੀ ਸਾਈਕੋਲੋਜੀ ਪੜ੍ਹੀ ਮਨੁੱਖ ਦੀ, ਉਹਨੂੰ ਪਤਾ ਹੈ ਕਿ ਜਦੋਂ ਵੀ ਮਨੁੱਖ ਆਪਣੇ ਕਿਸੇ ਖੁਸ਼ੀ ਨੂੰ ਮਾਣਦਾ ਹੈ ਉਦੋਂ ਮਨੁੱਖ ਕੁਝ ਨਾ ਕੁਝ ਗੁਣਗੁਣਾਏਗਾ। ਕਿਉਂਕਿ ਲੈਅ ਤੇ ਤਾਲ ਸੰਗੀਤ ਕਰਤੇ ਨੇ ਸਾਡੇ ਜਿਹਨ 'ਚ ਪਾ ਦਿੱਤਾ, ਪ੍ਰਕਿਰਤੀ 'ਚ ਪਾ ਦਿੱਤਾ, ਕੁਦਰਤ 'ਚ ਪਾ ਦਿੱਤਾ, ਤੇ ਸਾਡੇ ਵਿੱਚ ਵੀ ਹੈ। ਬੇਸ਼ੱਕ ਸਾਨੂੰ ਵਾਜੇ ਬਾਹਰੋਂ ਵਜਾਉਣੇ ਨਹੀਂ ਆਉਂਦੇ, ਪਰ ਸਾਡੇ ਅੰਦਰ ਲੈਅ ਤਾਲ ਤੇ ਨਾ ਐਵੇਂ ਥੋੜ੍ਹਾ ਸਿਰ ਝੂਮਦੇ ਨੇ ਜਦੋਂ ਸ਼ਬਦ ਕੀਰਤਨ ਕਿਤੇ ਆਨੰਦ ਵਿੱਚ ਕੀਰਤਨੀਆਂ ਕਰ ਰਿਹਾ ਹੁੰਦਾ। ਕਈ ਵਾਰ ਦੇਖਿਆ ਜਿਨ੍ਹਾਂ ਜੀਆਂ ਨੂੰ ਸੰਗੀਤ ਦੀ ਬਾਹਰੋਂ ABC ਨਹੀਂ ਆਉਂਦੀ, 7 ਸੁਰਾਂ ਸੁਣੀ ਨਹੀਂ ਵਜਾਣੀਆਂ ਆਉਂਦੀਆਂ, ਉਹ ਵੀ ਸੰਗੀਤ ਨਾਲ ਝੂਮ ਰਹੇ ਹੁੰਦੇ ਨੇ। ਜਰਾ ਕੁ ਅੰਦਰਲਾ ਜੁੜਨ ਦੀ ਦੇਰ ਹੈ, ਉਹਨਾਂ ਦੇ ਵੀ ਸਿਰ ਝੂਮ ਰਹੇ ਨੇ। ਕਿਉਂ ਪੁੱਛੀ ਤੈਨੂੰ ਇਹ ਵਾਜਿਦ ਸੁਰਾਂ ਰਾਗ ਲੈ ਤਾਲ ਪਕੜ ਕਹੇਗਾ ਨਹੀਂ, ਸੁਰ ਦਾ ਪਤਾ ਨਹੀਂ ਪਰ ਆਨੰਦ ਬੜਾ ਹੈ। ਜਾਂ ਬਸ ਇੱਥੇ ਸੀ ਪਹੁੰਚਣਾ ਹੈ। ਸਾਨੂੰ ਸੁਰਾਂ ਦਾ ਗਿਆਨ ਨਹੀਂ ਹੈ ਪਰ ਆਨੰਦ ਤੇ ਹੈ ਨਾ। ਆਨੰਦ ਤੇ ਅਸੀਂ ਤੇ ਆਨੰਦ ਹੀ ਮੰਨਣਾ ਹੈ ਨਾ। ਗੱਲ ਇੱਥੇ ਕਿ ਅਸੀਂ ਉੱਥੇ ਪਹੁੰਚਣਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰ ਸਕੀਏ ਕਿ ਗੁਰਬਾਣੀ ਦੇ ਸਦਕੇ ਹੀ ਅਸੀਂ ਉਸਤਤ ਕਰ ਸਕੀਏ। ਸਭ ਤੋਂ ਬਿਹਤਰੀਨ ਉਸਤਤ ਦਾ ਤਰੀਕਾ ਗੁਰ ਸ਼ਬਦ ਹੀ ਹੈ। ਔਰ ਇਸੇ ਨੂੰ ਸ਼ਾਇਦ ਮੈਂ ਇਸ ਕਰਕੇ ਵਰਤਾਂ ਕਿਉਂਕਿ ਮੈਂ ਦਾਵਾ ਨਹੀਂ ਕਰ ਸਕਦਾ ਨਾ।
जिन्हें को तुसां ने मत बख्शिश की उन्हीं को आप समझ रख सकते हैं। तो ये है जिसनों बख्शे सिफत सलाह नानक पातशाही पातशाह। महाराज कह लगे बस इदा करया कर। ये जुगतां ने साडे लई। लोग कहते ना जुगती ना मुक्ति मिलती है, तो लोग जुगती बाहरों भी दीवा जगा लो जी, इदा जुगती हो जाएगी, तू इदा सज्जे खब्बे मूँह कर लै, इधर लाल कपड़ा रख लै, इधर फुल टंग लै। वो होणगियां जुगतां उन्हां दियां। साडी जुगतां ते कितने प्यारियां ने, बस तुरे फिरदे हो। मनोविग्यानी कहते हैं गाउणा मनुख दा सुभाਅ है, तो तुसीं गाओ ना, फिर तुरे जांदे हो तो होर बोल टप्पे गीत क्यों गुनगुनांदे हो, बदल दिओ। अज भी किते अपने आप नूं देखना, अपने आले दुआले देखना। बच्चे खुश होंदे ने ते कुछ ना कुछ गीत गा रहे हैं, लोग खुश हो रहे तो नच रहे हैं, गा रहे हैं, टप रहे हैं, तो असीं खुश होने असीं कुछ ना कुछ गाउने आ। अपने आप नूं देखना, जदों असीं अपने आनंद विच होने आ असीं उदों की गाउंदे आ। बस उही साडा रूप है। आरूप जो दिसदा कपड़े वाला, ये रूप साडा नहीं है। जदों असीं बिल्कुल आनंदित होने आ, कोई गमी कोई चिंता नहीं, असीं कुछ गुनगुना रहे, देखना किते फिल्मी गाना तो नहीं गुनगुना रहे, उदों असीं अजे उत्थे ही खड़े आ कि आ नच्चण टप्पण दे गिद्धे दे बोल टप्पे बोलियां तो नहीं गुनगुना रहे, असीं उही आ। ते कि उदों साडे जेहन च अपने आप कोई तुक निकल रही है, असीं उही आ। वो साडा निज स्वरूप हुंदा, इसे नूं स्वै पड़चोल कहिंदे ने। जो अपने आप अचनचेत खुशी के समय ते साडे अंदरों फुटदा बोल, जिवें झरना अपने आप फुटदा है ना। आर्टिफिशियल झरने ते फुहारे हर थां लग जाते हैं, पर कुदरती झरने जदों फुटदे ने उन्हां दा रस आनंद ते मिठास होर हुंदी है। इसे तरह जदों असीं आनंद विच साडे अंदरों जो बोल फुटणगे वो साडे गुरु दी दात होएगी। किते असीं समझ सकीए सच्चे पातशाह तेरा है सब कुछ, ते अपने आप नूं आशावां दे केंद्र गुरु चरणा च टिका देना है, अपने आप नूं गुरु चरणा च रख देना है, तो फिर गुरु किरपा दात भी बख्शिश करते हैं। फिर सुते सिद्ध ही तुहानूं गुरबाणी की तुकां फुरनगियां। उंज कहोगे शब्द याद है नहीं, उंज शब्द याद नहीं, तो कदे कदे विचरदियां सियाणे तो तक मनदे ने। जदों किते कोई समस्या आएगी उदों भी समस्या का समाधान अचनचेत गुरबाणी तुक राही आ जाएगा, पर असीं नादान होने आ, उसनूं पकड़ नहीं पाते, इधर उधर भटक जाने। हल मिल रहा होंदा है पर असीं अगे चले जाने। महाराज कहने लगे करिए कित मुख तुझ सलाही। महाराज किद्दां सलावां, किद्दां कर सकां, मेरे को रसना नहीं है, रसना रसीली नाही, बेनती बखानो कैसे। मेरी रसना च रस ताप नहीं है, ताप नहीं है बोल सकां। पर महाराज फिर भी कहिंदे जे कर सकदा ना तो करया कर। महाराज किद्दां करया कर। कहण लग्या देख मेरे वल, जे मेरे को इदां होवे तो मैं इदां करां, तो जे महाराज इदां करते ने या सानू जुगतां दिंदे ने तो करिए ना। एक दो जीबाओ लख होहे लख होवैं लख 20 लख लख गेड़ा आखिए है, तो आखिए क्या एक नाम जगदीश। सानू एक जिभा जिहवा एक कवन गुण कहिए, गुण जिभा एक है पर फिर भी एक नूं लखां वारी कर सकते ना। हौली हौली बिहासियां नूं पता है जदों जप टिकण लग पैंदा है तो फिर रोम रोम जपण लग पैंदा है। शायद अभ्यासी इस गल नूं मनदे ने कि जो गुरमुख जिस पलंग ते विचराजमान हुंदे ने उन्हां दे पाविਆਂ चों वाहिगुरू दी धुन प्रगट हो सकती है। भाई साहब भाई वीर सिंह साहब जी दे जीवन दर्शन च ऐसियां गाथावां वडेरे दसदे ने। ऐसा देखे है दुनियावी तरीके दे सानूं लगदा है क्योंकि सुता पिया तो जो टिक के कोल बैठ के देखिया लगदा तो बाणी पढ़ते पे ने। धुन गूंजदी है किते उत्थे सुखमणी दी, धुन गूंजदी किते किसी शब्द की, तो दूजा व्यक्ति कहता देखो जी इतने चादर ताण के सुते पे ने। दूजे नूं दिसदा चादर ताण के सुते ने, पर अभ्यासी प्रेमी कोल बैठता है वो कहता नहीं इतने देखो हुणे शब्द पढ़ते पे सी। दरअसल उन्होंने ओरा जिहड़ा है ना उत्थे शब्द गूंजन लग पैंदा, जिन्हों असीं कदे कदे वाजे अनहद तूरे कवांगे, वो अनहद नाद शब्द अपने आप वजन लग पैंदा। इसे करके उन्हों की संगत इत्थे बैठे आ, जदों अपने आप साडे अंदरों वाहिगुरू वाहिगुरू कहण चित कर आवे, बिना बुलाया किसी गुरमुख को बैठिए कोई गलबात करन चित ना करे, बस चित करे कि बस वाहिगुरू वाहिगुरू। अंदर बैठे तो अंदर बैठदियां ही अंदरों जाप शुरू जे, जिन्हां दे संदड़ियां दुरमत बन जाए मित्र असाडड़े सही। जिन्हां नूं देखदियां तेरा नाम चित आवे, रोज़ अरदास करदे ना है कि नहीं गुरमुख,
ऐसे की तलाश करिए। कहने लगे जी मैं की करा, बस कित मुख तुद सलाही, भाव ये नहीं क्या दसना तो कि हुड़ कोई रसन लभागे, नहीं, पर मेरे को जो बोल इन्ने वड्डे नहीं गे, पर फिर भी करते रहिए। गुण अवगुण मेरा किछ ना विचारिया, सच्चे पातशाह तुसां ते मेरे ते इन्नी कृपा की, तुसां ते मेरे अवगुण भी नहीं देखे, गुणा की गल ते क्या करनी, तुसां ते मेरे अवगुण भी नहीं चितारे, बख्श लिया खिन माही, तुसां ते खिन दे विच मैनू बख्शिश दी, पल विच खिमादान बख्श कर दिता ते अपने नाल जोड़ लिया। एक चेता करना, बख्शिश एक खिन विच ही मिलती है। जदों कि सिख अपने गुरु के सन्मुख आ जाता है, या सियाणे मनते ना, आ जितने भी निशाने फुंडे जाते हैं, भावें तीरां करके ते भावें गोलियां करके, किन्ने घंटे लगते हैं, एक बस निशाने ते पहुँचे तो हिट होया, बस तीर वजन च कित घंटे थोड़ा लगते हैं, सामने गया तो तीर चलिया, बस वो तो निशाने ते पहुँचना है, निशाने ते पहुँचे तो सतगुर सूरमे का तीर तो है, तू निशाने ते पहुँच, तेरे कलेजे च वजन तैयार बैठा है, तो तेरे अंदर के विकारों का खून सा बह जाएगा। एक पल लगता है अमै दृष्ट शुभ करे, निगाह पैंदे शुभ हो जाता है। तुसा मेरे ते कृपा की, अज अपने चरणों च थां दिता है, तुसा मैनू अपना बना लिया, बख्श लिया खिन माही, नौ नित पाई वजी वधाई। महाराज मैनू तो सब कुछ मिल गया, तुहाडी बख्शिश मिली, तुहाडा दर मिले, तुहाडा प्यार मिले, मेरे वास्ते तो सारे खजाने ने, यही सब तो वड्डा खजाना कि तुसी मिल गए हो, तुहाडा नाम मिल गया। नौ निध, नौ खजाने कहते हैं कुबेर दे होणगे, नौ निध मतलब नौ खजाने, एक लोग कहते हैं कुबेर दे कोल होणगे, पर सिमरन नौ निध अमृत प्रभ का नाम है, तो तुहाडे दर तो मिले है, जिसते सदके वधाई वजी, खुशियां दे वाजे वजन लग, लोग मैनूं वधाइयां देन लग पे ने, आखे ने भाई बड़ी वधाई बड़ी खुशी, वाजे अनहतूरे आनंद दे वाजे, और आनंद दे वाजे ज्ञानियां वाले ढोल ढमक्का, और तनफीरी बजेगी, ढोल बजेगा, बंसरी बजेगी, पता नहीं वजदी होवेगी किते, मैनू नहीं पता, पर मैनू पता है फिर जदों नेत्र बंद करिए तेरे शब्द की गूंज गूंज लग पैंदी है, जदों किते किसी गुरमुख को बैठीए उहदे ओरे दे विच तेरी गूंज शब्द की वाहिगुरू की गूंज पैंदी है, जिन्हों कहने गुरमुख रोम रोम हर ध्यावै, उहदे आले दुआले वाहिगुरू वाहिगुरू की तुहन गूंजदी, उहदे ओरे च प्रवेश करिए वाहिगुरू वाहिगुरू तुहन अपने आप चल पैंदी है। अनहद तूरे तूरे कहने वाजे वजन लग पे, कह नानक मैं वार कर पाया। महाराज का अपना नाल कहते भाई मैनू तो सब कुछ मिल गया, वार कर पाया तो कहने कि मैनू तो सब कुछ मिल गया, मेरी आत्मा का वार परमात्मा मिल गया, और सतगुर का घर मिल गया, मैनू तो सब कुछ मिल गया। कह नानक मैं वार कर पाया, मेरे लाथे जी मेरे ते लह गए ने सगल विसूरे, सारे दुख सारे झुरने सारे संताप सब मिट गए, क्योंकि मैनू मेरे गुरु मिल गए ने, मेरे प्रभु जी मिल गए ने। असीं पढ़दे हां दुख रोग संताप उतरे, सुनी साची बाणी, ते उत्थे लाथे सगल विसूरे हो गए। गुरुदेव किरपा करन, सानू किते बरकतां ते बख्शिशां प्राप्त होंदी रन, भुल चुक दी खिमा, आसीस ते प्यार दे फतेह बुलावना जी। वाहिगुरू जी का खालसा, वाहिगुरू जी की फतेह।